सुपर वीज़ा के उपर बहुत सारे लोग अपने मापिਆਂ ਨੂੰ ਕੈਨੇਡਾ ਸੱਦਦੇ ਨੇ ਤੇ ਉਸ ਦੇ ਲਈ ਇੰਸ਼ੋਰੈਂਸ ਵੀ ਬਹੁਤ ਜ਼ਰੂਰੀ ਹੁੰਦਾ ਹੈ। पर पिछले समय दौरान ये रिपोर्टां निकल के सामने आ रही ने कि हॉस्पिटल्स दे विच क्लेम इंश्योरेंस तो ज़्यादा बन रहे हैं कि लोग मिनीमम $1 लाख की इंश्योरेंस लेंदे ने पर क्लेम वध बन जाता है, जिस नाल कई प्रकार दी दिक्कतों का सामना करना पै रहा है। इस संबंधी परमिंदर सिंह थिंद होरां दे नाल चैनल पंजाबी वालों खास गलबात की गई है। थिंद साहब, सुपर वीज़ा ते सुपर वीज़ा इंश्योरेंस बड़ा चर्चा दे विच रहिंदा है। कहंदे मापिਆਂ ਨੂੰ बुलाओ कैनेडा 3 साल 5 साल अपने कोल रखो तो इंश्योरेंस ले लो, पर बड़ी चर्चा चल रही है कि इंश्योरेंस लै तो लेंदे ने पर ये बावजूद भी घर वेचण की नौबत आ जाती है या फिर क्लेम जो बहुत घट मिल रहा है। पूरी कहानी की है जी, क्लीयर करो जी। हाँ जी, इदा भी पहला तो सुपर वीज़ा बुलाना किसी ने पेरेंट्स या ग्रैंड पेरेंट्स को सानू $1 लाख की कवरेज चाहिए है। ਹੁਣ ਹੈ ਵੀ ਜੇ ਆਪਾਂ ਕਲੇਮਸ ਦੀ ਗੱਲ ਕਰਦੇ ਹਾਂ, ਬਿਲਕੁਲ ਕਲੇਮਸ ਹੈ ਜੋ ਉਦੋਂ ਪਹਿਲਾਂ ਵੀ ਜੇ ਸਾਡੀ ਨੀਂਹ ਸਹੀ ਰੱਖੀ ਹੋਈ ਹੈ, ਜਿਹੜੀ ਅਸੀਂ ਪਾਲਿਸੀ ਦੀ ਚੋਣ ਕੀਤੀ ਹੈ ਸਾਡੇ ਵਾਸਤੇ ਢੁਕਵੀਂ ਹੈ, ਜੇ ਕੱਲ੍ਹ ਨੂੰ ਕਲੇਮ ਆਉਂਦਾ ਤਾਂ ਕਲੇਮ ਸਾਨੂੰ ਮਿਲੇ। ਹੁਣ ਬਿਲਕੁਲ ਜੇ ਪਹਿਲੀ ਗੱਲ ਤਾਂ ਜੇ ਅਸੀਂ ਰਾਹ ਸਹੀ ਪਏ ਹੋਏ ਹਾਂ ਤਾਂ ਕਲੇਮ ਮਿਲੂਗਾ, ਸਾਡਾ ਕਲੇਮ ਡਿਕਲਾਈਨ ਨਹੀਂ ਹੁੰਦਾ। ਉਦੋਂ ਬਾਅਦ ਆਉਂਦੀ ਕਲੇਮ। ਜੇ ਕਲੇਮਸ ਅਸੀਂ ਦੇਖਦੇ ਹਾਂ ਸਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ ਜਿਹੜੇ ਹੈਗੇ ਨੇ ਕਲੇਮ ਜਿਹੜੇ ਉਹ $1 ਲੱਖ ਤੋਂ ਵੱਧ ਆ ਰਹੇ ਨੇ। ਹੁਣ ਸੁਪਰ ਵੀਜ਼ਾ ਰਿਕੁਆਇਰਮੈਂਟ ਤਾਂ ਹੈਗੀ ਲੱਖ, ਅਸੀਂ $1 ਲੱਖ ਦੀ ਇੰਸ਼ੋਰੈਂਸ ਕਰਾ ਲਈ, ਅਸੀਂ ਸੋਚਦੇ ਇਨਫ ਆ। ਪਰ ਕਈ ਵਾਰੀ ਇਹ ਹੁੰਦਾ ਵੀ ਅੱਜ ਕੱਲ੍ਹ ਅਸੀਂ ਕਲੇਮ ਦੇਖਦੇ ਹਾਂ, ਕਲੇਮਸ ਹੁਣ 2.5 3 4 ਲੱਖ ਡਾਲਰ ਦੇ ਕਲੇਮ ਹੈਗੇ ਨੇ। ਪਰ ਜੇ ਉਹਦੇ ਨਾਲ ਆਪਾਂ ਐਗਜ਼ਾਮਪਲ ਦੇਖਦੇ ਹਾਂ, ਜੇ ਕਿਸੇ ਨੇ $1 ਲੱਖ ਦੀ ਕਵਰੇਜ ਕਰਾਈ ਹੈ, ਬਾਕੀ ਜਿਹੜਾ ਡਿਫਰੈਂਸ ਹੈ, ਗੈਪ ਆ, ਹੁਣ ਜਿਹੜੀਆਂ ਸਟੋਰੀਆਂ ਸੁਣਨ ਚਾਹੀਆਂ ਕਿਉਂਕਿ ਹੌਸਪੀਟਲ ਨੇ ਤਾਂ ਪੈਸੇ ਰਿਕਵਰ ਕਰਨੇ ਹੀ ਕਰਨੇ ਨੇ। ਕਿੱਦਾਂ ਕਰਨੇ ਨੇ? ਸਾਡੀ ਜਿਹੜੀ ਪ੍ਰੋਪਰਟੀ ਉਸ 'ਤੇ ਲੀਨ ਪਾ ਦੇਣੀ ਉਹਨਾਂ ਨੇ। ਜੇ ਪ੍ਰੋਪਰਟੀ ਨਹੀਂ ਹੈਗੀ ਉਹਨਾਂ ਨੇ ਕਹਿਣੇ ਓਕੇ ਜੀ ਤੁਹਾਡੀ ਦੀ ਲਾਈਨ ਆਫ ਕ੍ਰੈਡਿਟ ਬਣਾ ਦੇਣਾ ਬੈਂਕ ਤੋਂ, ਇਹ ਤੁਸੀਂ ਦੇਣਦਾਰ ਹੋ, ਹਰੇਕ ਮਹੀਨੇ ਕਿਸ਼ਤ ਦੇਈ ਜਾਓ। ਨਹੀਂ ਤਾਂ ਉਹਨੇ ਕਲੈਕਸ਼ਨ 'ਚ ਪਾ ਦੇਣਾ, ਸਾਡਾ ਸਾਰਾ ਜਿੰਨਾ ਵੀ ਕ੍ਰੈਡਿਟ ਆ ਸਾਡਾ ਸਾਰਾ ਖਰਾਬ ਹੋ ਸਕਦਾ। ਪਰ ਹੁਣ ਇਹ ਪਹਿਲੀ ਗੱਲ ਤਾਂ ਇਹ ਦੇਖੀ ਵੀ ਸਿਰਫ ਇਹ ਨਾ ਦੇਖੀ ਅਸੀਂ ਕਵਰੇਜ ਲਈ ਆ, ਸਹੀ ਚੋਣ ਹੋਵੇ ਕਵਰੇਜ ਦੀ, ਉਸ ਤੋਂ ਬਾਅਦ ਕਿੰਨੇ ਅਮਾਊਂਟ ਦੀ ਕਵਰੇਜ ਚਾਹੀਦੀ ਸਾਨੂੰ। ਹੁਣ ਇਹ ਵੀ ਮਿਨੀਮਮ ਹੈ ਲੱਖ, ਤਾਂ ਉਸ ਤੋਂ ਵੱਧ ਅਸੀਂ $1 ਮਿਲੀਅਨ ਤੱਕ ਕਵਰੇਜ ਲੈ ਸਕਦੇ ਹਾਂ, 5 ਲੱਖ ਦੀ, 3 ਲੱਖ ਦੀ, 2 ਲੱਖ ਦੀ। ਪਰ ਸਾਨੂੰ ਉਹ ਚੀਜ਼ਾਂ ਬਾਰੇ ਖਿਆਲ ਰੱਖਣਾ ਚਾਹੀਦਾ ਕਿਉਂਕਿ ਹੁਣ ਇਹ ਨਹੀਂ ਹੈਗਾ ਵੀ ਲੱਖ ਦੀ ਜੇ 1000 ਦੀ ਤਾਂ 2 ਲੱਖ ਦੀ 2000 ਦੀ ਹੋ ਜਾਊਗੀ। ਇਹ ਵੀ ਸਾਡੇ ਇੱਕ ਮਿੱਥ ਹੁੰਦਾ ਵੀ ਜਿਹੜੀ ਹੈ 25-30% ਪ੍ਰਾਈਸ ਦਾ ਫਰਕ ਪੈਂਦਾ, ਸਾਡੀ ਕਵਰੇਜ ਡਬਲ ਹੋ ਜਾਂਦੀ ਹੈ। ਕੰਪਨੀਜ਼ ਵੀ ਇਨਕਰੇਜ ਕਰਦੀਆਂ ਵੀ ਸਾਨੂੰ ਵੱਧ ਕਵਰੇਜ ਲਈਏ ਅਤੇ ਪੀਸ ਆਫ ਮਾਈਂਡ ਹੋਵੇ ਆਪਣੇ ਵਾਸਤੇ ਵੀ। ਅਤੇ ਚਲੋ ਜਿਹਨੇ ਤਾਂ ਆਪਣੀ ਚੀਜ਼ਾਂ ਆਫਰ ਕਰਨੀਆਂ ਪਰ ਕਲਾਇੰਟਸ ਵਾਸਤੇ ਇਹ ਬਹੁਤ। ਨਾਲੇ ਇਹ ਵੀ ਹੁਣ ਸਾਰਾ ਕੁਛ ਕਿਸ਼ਤਾਂ 'ਚ ਹੈ, ਵੀ ਇਹ ਨਹੀਂ ਵੀ ਹੈਗਾ ਹੁਣ ਹਰੇਕ ਚੀਜ਼ ਦੀ ਕਿਸ਼ਤ ਹੈ। ਫੋਨ ਦੀ ਕਿਸ਼ਤ ਆ, $1000 ਦਾ ਫੋਨ ਲੈਂਦੇ ਕਿਸ਼ਤਾਂ ਲੈ ਲੈਂਦੇ ਹਾਂ। ਪਰ ਜੇ ਅਸੀਂ ਸੁਪਰ ਵੀਜ਼ਾ ਵੀ ਜਾਂ ਵਿਜ਼ਟਰ ਇੰਸ਼ੋਰੈਂਸ ਲੈਣੀ ਹੈ ਅਸੀਂ ਕਿਸ਼ਤਾਂ 'ਚ ਕਰਾ ਸਕਦੇ ਹਾਂ। ਉਹਦੇ ਨਾਲ ਇਹ ਵੀ ਸਾਨੂੰ ਪੀਸ ਆਫ ਮਾਈਂਡ ਤਾਂ ਹੈ, ਸਾਡਾ ਬਜਟ ਨਹੀਂ ਹਿੱਲਦਾ। ਪਰ ਕਈ ਵਾਰੀ ਸਾਨੂੰ ਇਹ ਵੀ ਸਾਡੇ ਬਜਟ ਦੇ ਹਿਸਾਬ ਨਾਲ ਸਾਰਾ ਕੁਛ ਮਹਿੰਗਾਈ ਬਹੁਤ ਜ਼ਿਆਦਾ ਹੈ। ਪਰ ਸਾਨੂੰ ਇਹ ਚੀਜ਼ ਖਿਆਲ ਰੱਖਣ ਦੀ ਵੀ ਲੋੜ ਹੈ ਵੀ ਜਦੋਂ ਅਸੀਂ ਕਿਸ਼ਤਾਂ ਦੇਈਏ ਸਾਡੀ ਕਵਰੇਜ ਐਟਲੀਸਟ ਹੋਵੇ, ਕਿਉਂਕਿ ਨਹੀਂ ਤਾਂ ਥੋੜ੍ਹੇ ਜਿਹੇ ਪੈਸੇ ਬਚਾਉਂਦੇ ਫਿਰ ਸਾਨੂੰ ਬਹੁਤ ਵੱਡਾ ਹਰਜਾਨਾ ਭਰਨਾ ਪੈ ਸਕਦਾ। ਅਤੇ ਮੇਰੇ ਵੱਲੋਂ ਇਹੀ ਹੈ ਕਿਤੋਂ ਵੀ ਇੰਸ਼ੋਰੈਂਸ ਕਰਾਓ, ਭਾਵੇਂ ਇੰਡੀਆ ਤੋਂ ਆ ਰਹੇ ਉੱਥੋਂ ਇੰਸ਼ੋਰੈਂਸ ਕਰਾਓ, ਪਰ ਜ਼ਰੂਰ ਆਪਦੀ ਇੰਸ਼ੋਰੈਂਸ ਜਿਹੜੀ ਹੈ ਵੀ ਐਟਲੀਸਟ ਤੁਸੀਂ ਇਹ ਨਾ ਵੀ ਮਿਨੀਮਮ ਹੋਵੇ ਵੀ ਕੱਲ੍ਹ ਨੂੰ ਜੇ ਲੋੜ ਪੈ ਜਾਵੇ ਤਾਂ ਐਟਲੀਸਟ, ਕਿਉਂਕਿ ਹਸਪਤਾਲ 'ਚ ਜਾ ਕੇ ਇੱਕ ਰਾਤ ਦਾ ਹੀ 4-5 ਹਜ਼ਾਰ ਦਾ ਖਰਚਾ ਹੈਗਾ ਵਿਦਆਊਟ ਆਪਰੇਟਿੰਗ। ਜੇ ਆਪਰੇਟ ਕਰਨਾ ਪੈ ਗਿਆ ਤਾਂ ਉਹ ਤੁਸੀਂ ਹਿਸਾਬ ਲਾ ਲਓ ਵੀ ਕਿੱਥੋਂ ਤੇ ਕਿੱਥੇ ਜਾ ਕੇ ਗੱਲ ਪਹੁੰਚਣੀ ਹੈ। ਇਸੇ ਕਰਕੇ ਵੀ ਹਮੇਸ਼ਾ ਹੈ ਵੀ ਜਿਹੜੀ ਵੀ ਕਵਰੇਜ ਲੈਣੀ ਹੈ ਪੂਰੀ ਢੁਕਵੀਂ ਅਤੇ ਵਧੀਆ ਅਤੇ ਕਵਰੇਜ ਸਹੀ ਹੋਵੇ ਜੀ। ਇੱਕ ਦਿਨ ਸਾਹਿਬ ਗੱਲਬਾਤ ਆਉਂਦੀ ਹੈ ਕਿ ਕਈ ਵਾਰੀ ਡਿਨਾਈ ਕਰ ਜਾਂਦੀਆਂ ਇੰਸ਼ੋਰੈਂਸ ਕੰਪਨੀਆਂ, ਤਾਂ ਉਹਦੇ ਕੀ ਰੀਜ਼ਨਸ ਹੁੰਦੇ ਨੇ? ਜਦੋਂ ਇੰਸ਼ੋਰੈਂਸ ਕਰਾਉਣ ਲੱਗੇ ਹੋ ਤਾਂ ਉਦੋਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ? ਹਾਂਜੀ ਬਿਲਕੁਲ ਜੀ, ਜਦੋਂ ਡਿਕਲਾਈਨ ਕਾਹਤੋਂ ਹੁੰਦੇ ਨੇ ਕਲੇਮ, ਉਹਨਾਂ ਨੂੰ ਕਹਿੰਦੇ ਐਕਸਕਲੂਜਨਸ। ਜਿੱਦਾਂ ਬਰੀਕ ਅੱਖਰ ਆਪਾਂ ਕਹਿੰਦੇ ਨੇ, ਬਾਕੀ ਜਿਹੜੇ ਫੀਚਰ ਹੁੰਦੇ ਨੇ ਬਹੁਤ ਵੱਡੇ ਲਿਖੇ ਹੁੰਦੇ ਨੇ ਵੀ ਅਸੀਂ ਆਹ ਵੀ ਚੀਜ਼ ਕਵਰ ਕਰਾਂਗੇ, ਆਹ ਵੀ ਚੀਜ਼ ਕਵਰ ਕਰਾਂਗੇ। ਜਿਹੜਾ ਐਕਸਕਲੂਜਨਸ ਨੇ ਬਹੁਤ ਛੋਟੇ ਲਿਖੇ ਹੁੰਦੇ ਨੇ। ਉਹ ਛੋਟੇ ਇਸ ਕਰਕੇ ਨੇ ਕਿਉਂਕਿ ਥੋੜ੍ਹੀਆਂ ਜਿਹੀ ਗੱਲਾਂ 'ਚ ਬਹੁਤ ਵੱਡੀਆਂ ਗੱਲਾਂ ਕਹਿ ਜਾਂਦੇ ਨੇ। ਹੁਣ ਹੈ ਵੀ ਲਾਸਟ 12 ਘੰਟਿਆਂ 'ਚ ਆਕਸੀਜਨ ਲੱਗੀ ਹੋਵੇ ਆਪਣੇ 1 ਸਾਲ ਦੇ ਵਿੱਚ ਆਕਸੀਜਨ ਲੱਗੀ ਹੋਵੇ। ਹੁਣ ਇਹ ਵੀ ਤੁਸੀਂ ਇਹ ਦੇਖੋ ਵੀ ਆਕਸੀਜਨ ਲੱਗੂਗੀ, ਕਿਸੇ ਦੀ ਸਿਹਤ ਖਰਾਬ ਹੋਊਗੀ। ਇੱਕ ਲਾਈਨ ਲੱਗੀ ਸੀ ਉਹਦੇ 'ਚ ਕਈ ਚੀਜ਼ਾਂ ਕਵਰ ਕਰਤੀਆਂ ਉਹਨਾਂ ਨੇ। ਜਾਂ ਕੋਈ ਮੇਜਰ ਔਰਗਨ ਟਰਾਂਸਪਲਾਂਟ ਤੁਹਾਡਾ ਹੋਇਆ, ਜਦੋਂ ਇਹੋ ਜਿਹੇ ਐਕਸਕਲੂਜਨਸ ਅਸੀਂ ਪੜ੍ਹਦੇ ਹਾਂ, ਜਾਂ ਕੋਈ ਤੁਸੀਂ ਆਪ ਦਾ ਅਸੀਂ ਆਪ ਨਹੀਂ ਸਾਂਭ ਸਕਦੇ, ਉਹ ਵੀ ਐਕਸਕਲੂਜਨ 'ਚ ਆ ਗਿਆ। ਹੁਣ ਭਾਵੇਂ ਪੋਲਿਸੀ ਅਸੀਂ ਜਿਹੜੀ ਮਰਜ਼ੀ ਲਈ ਹੋਈ ਹੈ, ਭਾਵੇਂ 5 ਲੱਖ ਦੀ ਲਈ ਹੈ, $1 ਮਿਲੀਅਨ ਦੀ ਲਈ ਹੋਈ ਹੈ, ਜਦ ਉਹ ਐਕਸਕਲੂਜਨ 'ਚ ਅਸੀਂ ਨਹੀਂ ਫਿੱਟ ਹੁੰਦੇ ਕਿਉਂਕਿ ਜੇ ਅਸੀਂ ਉਹ ਐਲੀਜੀਬਲ ਨਹੀਂ ਹੈਗੇ,
ਪਰ ਅਸੀਂ ਉਹ ਆਪਦੀ ਚੋਣ ਸਹੀ ਨਹੀਂ ਕੀਤੀ। ਅਸੀਂ ਪੋਲਿਸੀ ਤਾਂ ਲੈ ਲਈ, ਪਰ ਇਹ ਹੈ ਵੀ ਕੱਲ੍ਹ ਨੂੰ ਉਹ ਪੋਲਿਸੀ ਡਿਕਲਾਈਨ ਹੋ ਗਈ, ਕਲੇਮ ਨਹੀਂ ਮਿਲਣਾ। ਕਿਉਂਕਿ ਇਸ ਕਰਕੇ ਕਲੇਮ ਨਹੀਂ ਮਿਲਣਾ ਕਿਉਂਕਿ ਉਹਨਾਂ ਦੀਆਂ ਸ਼ਰਤਾਂ ਨੇ ਜਿਹੜੀਆਂ, ਇਹ ਸ਼ਰਤਾਂ ਤੋਂ ਅਗੇਂਸਟ ਅਸੀਂ ਪੋਲਿਸੀ ਲਈ ਹੈ, ਅਤੇ ਇਸ ਕਰਕੇ ਪੋਲਿਸੀ ਜਿਹੜਾ ਕਲੇਮ ਹੈ ਬਿਲਕੁਲ ਅਵੋਇਡ ਹੋ ਜਾਊਗਾ। ਭਾਵੇਂ ਸਾਡੀ ਪੋਲਿਸੀ ਜਾਇਜ਼ ਹੈ, ਪੈਸੇ ਦਿੱਤੇ ਹੋਏ ਨੇ, ਕਈ ਵਾਰੀ ਅਸੀਂ ਕਹਿੰਦੇ ਪੈਸੇ ਦਿੱਤੇ ਪੋਲਿਸੀ ਚੱਲਦੀ ਆ, ਫਿਰ ਬਾਅਦ 'ਚ ਜਿਹੜਾ ਵੀ ਇੰਸ਼ੋਰੈਂਸ ਦੇ ਵਿੱਚ ਜਾਂ ਵਾਈਟ ਹੈ ਜਾਂ ਬਲੈਕ ਹੈ, ਗ੍ਰੇ ਏਰੀਆ ਨੇ। ਜਦੋਂ ਗ੍ਰੇ ਏਰੀਏ 'ਚ ਆ ਗਏ ਉਹ ਕਿੰਤੂ ਪਰੰਤੂ ਹੈ ਵੀ ਭਾਵੇਂ ਹਾਂ ਹੋ ਜਾਵੇ ਨਾ ਹੋ ਜਾਵੇ, ਪਰ ਸਾਨੂੰ ਇਹ ਰਾਹ ਪੈਣ ਦੀ ਲੋੜ ਹੀ ਨਹੀਂ। ਸਾਨੂੰ ਜੇ ਸਹੀ ਹੈ ਤਾਂ ਕਿਉਂਕਿ ਹਰੇਕ ਤਰ੍ਹਾਂ ਦੀਆਂ ਪੋਲਿਸੀਆਂ ਹੈਗੀਆਂ ਨੇ, ਵੱਧ ਪੈਸੇ ਦਿਆਂਗੇ, ਹੈਲਥ ਇਸ਼ੂ ਹੈਗੇ ਨੇ ਸਾਨੂੰ ਕਵਰੇਜ ਮਿਲ ਜੂਗੀ। ਜੇ ਹੈਲਥ ਇਸ਼ੂ ਨਹੀਂ ਹੈਗੇ ਅਸੀਂ ਸਸਤੇ ਵਾਲੀ ਪੋਲਿਸੀ ਲੈ ਸਕਦੇ ਹਾਂ, ਵੱਧ ਕਵਰੇਜ ਨਹੀਂ ਮਰਜ਼ੀ ਲੈ ਸਕਦੇ ਹਾਂ ਜੀ। ਇੱਕ ਦਿਨ ਸਾਹਿਬ ਮਿੱਥ ਹੁੰਦੀ ਹੈ ਕਿ ਇੰਡੀਆ ਤੋਂ ਕਰਵਾ ਲਓ, ਕੈਨੇਡਾ ਤੋਂ ਇੰਸ਼ੋਰੈਂਸ ਨਾ ਕਰਵਾਓ, ਤਾਂ ਕਿੱਥੋਂ ਕਰਵਾਉਣੀ ਚਾਹੀਦੀ ਹੈ? ਇੰਡੀਆ ਤੋਂ ਕਰਵਾਉਣੀ ਚਾਹੀਦੀ ਹੈ ਜਾਂ ਤੁਸੀਂ ਕੈਨੇਡਾ ਦੇ ਵਿੱਚੋਂ ਕਰਵਾਓ? ਅਤੇ ਨਾਲੋਂ ਨਾਲ ਇੱਕ ਮਿੱਥ ਇਹ ਹੈ ਕਿ ਮਹਿੰਗੀ ਬਹੁਤ ਪੈ ਜਾਂਦੀ ਹੈ, ਤਾਂ ਕਰਕੇ ਲੋਕ ਕਹਿੰਦੇ ਕਿ $1 ਲੱਖ ਦੀ ਮਿਨੀਮਮ ਰਿਕੁਆਇਰਮੈਂਟ ਹੈ, ਇੰਨੀ ਲੈ ਲਓ। ਇਹ ਵੀ ਗੱਲ ਕਲੀਅਰ ਕਰਿਓ। ਹਾਂਜੀ, ਪਹਿਲੀ ਗੱਲ ਤਾਂ ਇੰਸ਼ੋਰੈਂਸ ਦਾ ਕੰਮ ਹੈ ਵੀ ਰਿਸਕ ਕਵਰ ਕਰਨਾ। ਰਿਸਕ ਇੰਸ਼ੋਰੈਂਸ ਜਿੱਥੋਂ ਮਰਜ਼ੀ ਲਈ ਹੋਵੇ, ਜਿੱਦਾਂ ਕਹਿੰਦੇ ਤੁਸੀਂ ਕਹਿੰਦੇ ਇੰਡੀਆ ਤੋਂ ਲਈ ਹੋਵੇ, ਇੱਥੋਂ ਲਈ ਹੋਵੇ, ਉਹ ਕੋਈ ਫਰਕ ਨਹੀਂ ਪੈਂਦਾ। ਗੱਲ ਹੈ ਵੀ ਸਾਨੂੰ ਕਿਸ਼ਤ ਨਹੀਂ ਚੁੱਭਣੀ ਚਾਹੀਦੀ। ਜੇ ਇੱਥੋਂ ਵਾਲਿਆਂ 'ਤੇ ਭਾਰ ਪੈਂਦਾ ਉੱਥੋਂ ਲੈ ਲਓ, ਉੱਥੋਂ ਵਾਲਿਆਂ 'ਤੇ ਭਾਰ ਪੈਂਦਾ ਇੱਥੋਂ ਲੈ ਲਓ। ਗੱਲ ਤਾਂ ਵੀ ਚੀਜ਼ ਦੀ ਆਪਾਂ ਨੂੰ ਕਵਰੇਜ ਚਾਹੀਦੀ ਹੈ। ਉਹ ਬਾਅਦ ਦੀ ਗੱਲ ਹੈ ਵੀ ਕਿੱਦਾਂ ਕੰਮ ਕਰੂਗੀ, ਪੈਸੇ ਕਿੱਦਾਂ ਮਿਲਣਗੇ, ਕਿੰਤੂ ਪਰੰਤੂ। ਫਿਰ ਤਾਂ ਵੀ ਮੇਨ ਤਾਂ ਕੰਮ ਜਿਹੜਾ ਅਸੀਂ ਇੰਸ਼ੋਰੈਂਸ ਕਾਹ ਤੋਂ ਲੈ ਰਹੇ ਹਾਂ, ਨਾ ਕਿ ਪੈਸੇ ਬਚਾਉਣ ਖਾਤਰ, ਅਸੀਂ ਨਾ ਕਿ ਨੋਟ ਤੜਾਉਣਾ, ਅਸੀਂ ਤਾਂ ਵੀ ਆਪਦੀ ਪੀਸ ਆਫ ਮਾਈਂਡ ਚਾਹੀਦਾ ਸਾਨੂੰ। ਇਸ ਕਰਕੇ ਵੀ ਇੰਸ਼ੋਰੈਂਸ ਜਿੱਥੋਂ ਮਰਜ਼ੀ ਹੋਵੇ, ਪਹਿਲੀ ਗੱਲ ਤਾਂ ਹੈ ਵੀ ਹਾਂ ਉੱਥੋਂ ਜਿਹੜੀ ਇੰਸ਼ੋਰੈਂਸ ਦੇ ਵਿਜ਼ਟਰ ਆਏ ਹੋਏ ਹੋ, ਇਹ ਆ ਜਾਂਦਾ ਵੀ ਕਲੇਮ ਵੀ ਤੁਹਾਨੂੰ ਜਿਹੜੇ ਛੋਟੇ ਮੋਟੇ ਕਲੇਮ ਨੇ ਉੱਥੇ ਜਾ ਕੇ ਹੀ ਤੁਸੀਂ ਸਾਰੇ ਫਾਰਮ ਸਬਮਿਟ ਕਰੋਗੇ ਜਦੋਂ ਵਾਪਸ ਜਾਓਗੇ। ਪਰ ਉਹ ਹੈ ਵੀ ਕਈ ਵਾਰੀ ਡਿਲੇ ਹੋ ਜਾਂਦੀ, ਕਈ ਵਾਰੀ ਸਾਡੇ ਕੋਲ ਹੁੰਦਾ ਵੀ ਲੰਬਾ ਟਾਈਮ ਇੱਥੇ ਰਹਿਣਾ, ਪਰ ਉਹ ਚੀਜ਼ਾਂ 'ਚ ਫਰਕ ਪੈ ਸਕਦਾ। ਜਾਂ ਕਈ ਵਾਰੀ ਹੁੰਦੀਆਂ ਜਿਹੜੀ ਕੰਪਨੀ ਇੰਟਰਨੈਸ਼ਨਲ ਨਹੀਂ ਹੁੰਦੀਆਂ, ਉਹਨਾਂ ਨੂੰ ਨਜਿੱਠਣਾ ਕਿੱਦਾਂ, ਉਹ ਚਲੋ ਬਾਅਦ ਦੀ ਕਿੰਤੂ ਪਰੰਤੂ। ਪਹਿਲੀ ਗੱਲ ਤਾਂ ਕਿੱਥੋਂ ਮਰਜ਼ੀ ਇੰਸ਼ੋਰੈਂਸ ਹੋਵੇ, ਕਿਉਂਕਿ ਉਸ ਤੋਂ ਬਾਅਦ ਹੈ ਵੀ ਜਿਹੜੀ ਤੁਸੀਂ ਮਿੱਥ ਦੀ ਗੱਲ ਕਰਦੇ ਆ ਵੀ ਜਿਹੜੇ ਪੋਲਿਸੀ ਕਿੰਨੀ ਕਵਰੇਜ ਤੁਹਾਡੀ ਚਾਹੀਦੀ। ਸੈਕਿੰਡ ਕੁਐਸਚਨ ਤੁਹਾਡਾ ਇਹ ਸੀ ਮਹਿੰਗੀ ਬਹੁਤ ਪੈਂਦੀ ਇਸ ਕਰਕੇ ਮਿਨੀਮਮ ਲੈ ਲਓ। ਹਾਂਜੀ, ਮਹਿੰਗੀ ਦੀ ਗੱਲ ਇਹ ਹੈਗੀ ਵੀ ਮਹਿੰਗੀ ਤਾਂ ਹੁਣ ਉਹੀ ਗੱਲ ਆ ਗਈ ਵੀ ਅਸੀਂ ਇੰਸ਼ੋਰੈਂਸ ਕਾਹਤੋਂ ਕਰਾ ਰਹੇ ਹਾਂ, ਸਾਨੂੰ ਪੀਸ ਆਫ ਮਾਈਂਡ ਚਾਹੀਦੀ ਹੈ। ਮਹਿੰਗੀ ਨਹੀਂ ਹੈਗੀ। ਮਹਿੰਗੀ ਕਰਕੇ ਹੁਣ ਕਹਿ ਰਹੇ ਵੀ ਬਹੁਤ ਆਪਸ਼ਨਸ ਹੈਗੀਆਂ, ਅਸੀਂ ਪ੍ਰਾਈਸ ਘਟਾ ਸਕਦੇ ਹਾਂ, ਡਿਡਕਟੇਬਲ ਰੱਖ ਸਕਦੇ ਹਾਂ। ਹੁਣ ਇਹ ਵੀ ਸਹੀ ਚੋਣ ਕਰ ਸਕਦੇ ਹਾਂ, ਕਿਉਂਕਿ ਇਹੋ ਜਿਹੇ ਬ੍ਰੋਕਰ ਨਾਲ ਡੀਲ ਕਰਦੇ ਉਹ ਸਾਰੀਆਂ ਕੰਪਨੀਆਂ। ਹੁਣ ਤੁਹਾਡੀ ਚੋਣ ਕੋਈ ਇੱਕੋ ਹੀ ਕੰਪਨੀ ਨਾਲ ਡੀਲ ਕਰਦਾ ਜੋ ਮਹਿੰਗੀ ਚੀਜ਼ ਹੈ, ਤਾਂ ਸਾਡੇ ਕੋਲ ਆਪਸ਼ਨਸ ਹੈਗੀ ਹੈ, ਕਿਉਂਕਿ ਥਿੰਕ ਸਾਡੇ ਕੋਲ ਸਾਰੀਆਂ ਆਪਸ਼ਨ ਨੇ ਵੀ ਅਸੀਂ ਡਿਡਕਟੇਬਲ ਰੱਖ ਸਕਦੇ ਹਾਂ, ਵਧੀਆ ਚੋਣ ਕਰ ਸਕਦੇ ਹਾਂ ਪੋਲਿਸੀਆਂ ਦੀ। ਕਿਉਂਕਿ ਸਾਰੀਆਂ ਕੈਨੇਡਾ ਜਿਹੜੀਆਂ ਕੰਪਨੀਆਂ ਸਾਰਿਆਂ ਨਾਲ ਡੀਲ ਕਰਦੇ ਆ, ਉਹਨਾਂ ਨਾਲ ਇਹ ਹੈ ਵੀ ਕਲਾਇੰਟ ਨੂੰ ਜਿਹੜੀ ਚੀਜ਼ ਜਿੱਥੋਂ ਵਧੀਆ ਮਿਲਦੀ ਹੈ, ਉਹਨਾਂ ਨੂੰ ਵੀ ਐਟਲੀਸਟ ਸਾਡਾ ਪੀਸ ਆਫ ਮਾਈਂਡ ਕਵਰੇਜ ਤਾਂ ਹੋਵੇ। ਉਸ ਤੋਂ ਬਾਅਦ ਜੇ ਚੀਜ਼ $1 $2 ਸਸਤੀ ਮਿਲਦੀ ਹੈ ਤਾਂ ਬਿਲਕੁਲ ਸਾਨੂੰ ਵੀ ਖੁਸ਼ੀ ਹੁੰਦੀ, ਸਾਡੇ ਕਲਾਇੰਟ ਦੇ ਪੈਸੇ ਬਚਦੇ ਨੇ। ਮੇਨ ਤਾਂ ਮੈਂ ਇਹੀ ਕਹਿੰਦਾ ਵੀ ਇੰਸ਼ੋਰੈਂਸ ਜੋ ਲੈਣੀ ਹੈ ਵੀ ਇਹ ਨਾ ਦੇਖੇ ਵੀ ਪੈਸੇ, ਪਹਿਲੀ ਗੱਲ ਤਾਂ ਵੀ ਕਵਰੇਜ ਸਹੀ ਹੋਵੇ, ਤੇ ਕੱਲ੍ਹ ਨੂੰ ਜੇ ਲੋੜ ਪਵੇ ਸਾਡੀ ਕਵਰੇਜ ਸਾਡੇ ਨਾਲ ਖੜੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।